ਸੀ ਨੌਜਵਾਨਾਂ ਨੂੰ ਦੇਵਾਂਗੇ ਪਰ ਤੇ ਜਿਨ੍ਹਾਂ ਨੂੰ ਵਾਅਦਾ ਕੀਤਾ ਸੀ ਉਹ ਤਾਂ ਬੀਏ ਕਰਕੇ ਵਿਹਲੇ ਵੀ ਹੋ ਗਏ ਤੇ ਹੁਣ ਉਹ ਤਾਂ ਵਿਚਾਰੇ ਨਾਰੇ ਨੂਰੇ ਲਾ ਕੇ ਵੀ ਟੈਂਕੇ ਟੁੰਕੇ ਤੇ ਵੀ ਚੜ੍ਹਾੜੇ ਹੋਣਗੇ ਹੋ ਰਿਹਾ ਇਹਦਾ ਤੇ ਕੋਵਿਡ-19 ਦਾ ਫ੍ਰੀ ਇਲੈਕਟ੍ਰਿਸਿਟੀ ਨਾਲ ਕੀ ਸੰਬੰਧ ਹੈ ਜੀ? ਅੱਜ ਭਗਵੰਤ ਮਾਨ ਬਠਿੰਡਾ ਵਿਖੇ ਪਹੁੰਚੇ ਅਤੇ ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕੜੇ ਹੱਥੀਂ ਲੈਂਦਿਆਂ ਹੋਇਆ ਕਿਹਾ ਕਿ ਕਰੋਨਾ ਮਹਾਮਾਰੀ ਵਿੱਚ ਭਾਰਤ ਤੀਜੇ ਨੰਬਰ ਤੇ ਹੈ। ਅੱਗੇ ਉਹਨਾਂ ਨੇ ਕਿਹਾ ਕਿ ਪਹਿਲੇ ਜਾਂ ਦੂਜੇ ਨੰਬਰ ਤੇ ਆਉਣ ਨਾਲ ਕੋਈ ਆਪਣਾ ਮਾਣ ਵਧਣਾ ਨਹੀਂ, ਪਰ ਕਰੋਨਾ ਦੀ ਆੜ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਜੋ ਫੈਸਲੇ ਲੈ ਰਹੀ ਹੈ ਉਹ ਗਲਤ ਨੇ। ਕੇਂਦਰ ਸਰਕਾਰ ਨੂੰ ਕੀ ਲੋੜ ਪਈ ਸੀ ਖੇਤੀ ਆਰਡੀਨੈਂਸ ਲਿਆਉਣ ਦੀ? ਅੱਗੇ ਦੇਖੋ ਬਠਿੰਡਾ ਤੋਂ ਸਾਡੇ ਪੱਤਰਕਾਰ ਅਵਤਾਰ ਸਿੰਘ ਕੈਂਥ ਦੀ ਰਿਪੋਰਟ। ਦੇਖੋ ਆਮ ਆਦਮੀ ਸਾਡਾ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ। ਸਾਡੇ ਮੁੱਦੇ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਸਾਡੇ ਤਾਂ ਧੀਆਂ ਪੁੱਤ ਆਈਲੈਟਸ ਕਰਕੇ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ। ਸਾਡੇ ਤਾਂ ਮਾਂ ਪਿਓ ਵੀ ਕਹਿਣ ਲੱਗੇ ਪੁੱਤ ਸਾਡੇ 6 ਬੈਂਡ 7 ਬੈਂਡ ਲੈ ਜਾ ਭਾਜਾ, ਉਹਦੇ ਬਾਅਦ ਤੂੰ ਸਾਨੂੰ ਬੁਲਾ ਲਈ। ਤੋ ਸਾਡਾ ਤਾਂ ਇਸ ਧਰਤੀ ਨੂੰ ਅਸੀਂ ਤਾਂ ਛੱਡੀ ਜਾ ਰਹੇ ਹਾਂ। ਆਹ ਮੁੱਦੇ ਤਾਂ ਹੈ ਹੀ ਨਹੀਂ ਜਿਹੜੇ ਤੁਸੀਂ ਕਹੀ ਜਾਂਦੇ। ਇਹ ਤਾਂ ਸਿਰਫ ਤੇ ਸਿਰਫ ਰਾਜਨੀਤੀ ਵਾਸਤੇ ਮਾਨ ਸਾਹਿਬ 3.5 ਸਾਲਾਂ ਬਾਅਦ ਸਮਾਰਟਫੋਨ ਵੰਡੇ ਗਏ ਕੈਪਟਨ ਸਰਕਾਰ ਵੱਲੋਂ। ਹੈ ਜੀ। 3.5 ਸਾਲਾਂ ਬਾਅਦ ਸਮਾਰਟਫੋਨ ਵੰਡੇ ਗਏ ਕੈਪਟਨ ਸਰਕਾਰ ਵੱਲੋਂ। ਚੋਣਾਂ 'ਚ ਕਿਹਾ ਸੀ ਨੌਜਵਾਨਾਂ ਨੂੰ ਦੇਵਾਂਗੇ ਪਰ ਤੇ ਜਿਨ੍ਹਾਂ ਨੂੰ ਵਾਅਦਾ ਕੀਤਾ ਸੀ ਉਹ ਤਾਂ ਬੀਏ ਕਰਕੇ ਵਿਹਲੇ ਵੀ ਹੋ ਗਏ ਤਾਂ 3.5 ਸਾਲ ਪਹਿਲਾਂ ਕੀਤਾ ਸੀ। ਉਦੋਂ ਉਹ 12ਵੀਂ 'ਚ ਹੋਣਗੇ ਜਦੋਂ ਵਾਅਦਾ ਕੀਤਾ ਸੀ। ਤੇ ਹੁਣ ਉਹ ਤਾਂ ਵਿਚਾਰੇ ਨਾਰੇ ਨੂਰੇ ਲਾ ਕੇ ਵੀ ਟੈਂਕੇ ਟੁੰਕੇ ਤੇ ਵੀ ਚੜ੍ਹਾੜੇ ਹੋਣਗੇ। ਤੇ ਹੁਣ ਜਿਹੜੇ ਜਿਨ੍ਹਾਂ ਨੂੰ ਦੇ ਰਹੇ ਆ ਫੋਨ ਉਹ 9ਵੀਂ ਕਲਾਸ ਵਾਲੇ ਨੇ, ਉਦੋਂ 9ਵੀਂ 'ਚ ਹੋਣਗੇ, ਉਹਨਾਂ ਦੀ ਹਜੇ ਵੋਟ ਨਹੀਂ ਬਣੀ। ਇਹ ਤਾਂ 2022 'ਚ ਪਤਾ ਮਾਨ ਸਾਹਿਬ ਤੁਸੀਂ ਨਾ ਪਾਰਟੀ ਦਾ ਢਾਂਚਾ ਆਪਣਾ ਡਿਸੋਲਵ ਕਰਦੇ ਸਟਰਕਚਰ ਜਿਹੜਾ ਹੈ ਤੇ ਹੁਣ ਨਵਾਂ ਤੁਸੀਂ ਸਟਰਕਚਰ ਤਿਆਰ ਕਰਨਾ ਪਾਰਟੀ ਦਾ। ਉਹਦੇ ਵਿੱਚ ਜਿਹੜੇ ਨਵੇਂ ਗਰੰਟਡ ਜਾਂ ਜਿਹੜੇ ਨਾਰਾਜ਼ ਪਾਰਟੀ ਤੋਂ ਚੱਲ ਰਹੇ ਸੀਗੇ ਉਹਨਾਂ ਦੇ ਨਾਲ ਵੀ ਕੋਈ ਰਾਸਤਾ ਹੋ ਰਿਹਾ ਕਿਸੇ ਤਰੀਕੇ ਨਾਲ? ਬਿਲਕੁਲ ਜਿਹੜੇ ਨਵੇਂ ਚਿਹਰੇ ਜੁਆਇਨ ਕੀਤੇ ਨੇ, ਜਿਹੜੇ ਪੁਰਾਣੇ ਸਾਡੇ ਕੁਝ ਜਿਵੇਂ ਤੁਸੀਂ ਕਿ ਉਹਨਾਂ ਨੂੰ ਜ਼ਿੰਮੇਵਾਰੀ ਸਮਝਦੇ ਸੀ ਕਿ ਸਾਨੂੰ ਹੋਰ ਵੱਡੀ ਜ਼ਿੰਮੇਵਾਰੀ ਮਿਲਣੀ, ਜ਼ਿੰਮੇਵਾਰੀਆਂ ਵਧਣਗੀਆਂ ਵੀ, ਜ਼ਿੰਮੇਵਾਰੀਆਂ ਵਧਣੀਆਂ ਵੀ ਜਾਣਗੀਆਂ ਪਰ ਘਟਾਈਆਂ ਨਹੀਂ ਜਾਣਗੀਆਂ। ਜਿਹੜੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀਗੇ ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲ। ਮੈਂ ਤਾਂ ਬਲਕਿ ਪੌਣੇ 3 ਕਰੋੜ ਪੰਜਾਬੀਆਂ ਨੂੰ ਅਪੀਲ ਕਰਦਾ ਤੁਹਾਡੇ ਇਹਨਾਂ ਮਾਈਕਾਂ ਰਾਹੀਂ ਕਿ ਜਿਹਨੇ ਜੁਆਇਨ ਕਰਨਾ ਆਓ ਬਈ। ਉਦੋਂ ਬਾਅਦ ਹੋਰ ਰਹਿ ਕੇ ਗਿਆ ਹੁਣ ਕਿੰਨੀ ਕੁ ਕੁੱਟ ਖਾਣੀ ਹੈ। ਪਹਿਲਾਂ ਬਠਿੰਡੇ ਖਾਂਦੇ ਸੀ, ਹੁਣ ਪਟਿਆਲੇ ਖਾਈ ਜਾਂਦੇ ਆ। 2017 ਦੀ ਗੱਲ ਕੀਤੀ ਹੈ ਕਿ ਰਲ ਮਿਲ ਕੇ ਇਹਨਾਂ ਨੇ ਖੇਡ ਖੇਡੀ। 2022 ਦੇ ਵਿੱਚ ਇਹ ਨਕਸ਼ਾ ਯਾਰ ਕਿੱਦਾਂ ਕਿ ਰਲ ਮਿਲ ਕੇ ਖੇਡਣਗੇ। ਪਰ 2017 ਦਾ ਪਾਰਟੀ ਦਾ ਹਾਰ ਤਾਂ ਹੋਰ ਕਾਰਨ ਸੀਗਾ ਕਿ ਕ੍ਰੈਡੀਬਲ ਫੇਸ ਹੈ ਨਹੀਂ ਸੀ। ਕ੍ਰੈਡੀਬਲ ਫੇਸ ਹੈ ਨਹੀਂ ਸੀ ਜਿਹਨੂੰ ਮੁੱਖ ਮੰਤਰੀ ਦੇ ਤੌਰ ਤੇ ਪਾਰਟੀ ਨੂੰ ਪੇਸ਼ ਨਹੀਂ ਕਰ ਸਕਦੀ। 2022 ਦੇ ਵਿੱਚ ਇਸ ਤਰ੍ਹਾਂ ਦਾ ਕੋਈ ਇਹ ਗੱਲਾਂ ਵੀ ਪਾਰਟੀ ਹਾਈ ਕਮਾਂਡ ਦੀ ਨੋਟਿਸ 'ਚ ਨੇ ਕਿ ਜੋ ਪਿਛਲੀ ਵਾਰ ਹੋਇਆ ਉਹ ਇਸ ਵਾਰ ਨਹੀਂ। ਮਾਨ ਸਾਹਿਬ ਜਰਨੈਲ ਦੇਖੋ ਕਿਸੇ ਵੀ ਧਰਮ ਦਾ ਜਰਨੈਲ ਸਿੰਘ, ਮੈਂ ਇਹ ਕਲੀਅਰ ਕਰਨਾ ਚਾਹੁੰਦਾ, ਜਰਨੈਲ ਸਿੰਘ ਪੂਰਵ ਸਾਂਸਦ ਪੂਰਵ MLA ਰਜੌਰੀਗੜ੍ਹ ਵੱਡੇ ਜਰਨੈਲ ਸਿੰਘ ਜਿਹਨੂੰ ਕਹਿੰਦੇ ਆ। ਇੱਕ ਜਰਨੈਲ ਸਿੰਘ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਵੀ ਨੇ, ਉਹ ਨਹੀਂ, ਉਹਨਾਂ ਦਾ ਨਾਂ ਨਹੀਂ, ਉਹ ਤਿਲਕ ਨਗਰ ਤੋਂ MLA। ਕਿਸੇ ਵੀ ਧਰਮ ਦਾ ਨਿਰਾਦਰ ਕਰਨ ਵਾਲਾ, ਚਾਹੇ ਉਹ ਆਪਣੀ ਫੇਸਬੁੱਕ ਪੋਸਟ ਤੇ ਲਿਖੇ, ਚਾਹੇ ਵਟਐਵਰ, ਕਿਸੇ ਵੀ ਧਰਮ ਦਾ ਨਿਰਾਦਰ ਕਰਨ ਵਾਲੇ ਬੰਦੇ ਦੀ ਆਮ ਆਦਮੀ ਪਾਰਟੀ 'ਚ ਕੋਈ ਜਗ੍ਹਾ ਨਹੀਂ ਹੈਗੀ। ਉਹਨਾਂ ਨੇ ਮਾਫੀ ਮੰਗੀ। ਉਹਨਾਂ ਨੇ ਮਾਫੀ ਯੋਗ ਹੀ ਨਹੀਂ, ਉਹ ਲਫ਼ਜ਼ ਹੀ ਮਾਫੀ ਯੋਗ ਨਹੀਂ। ਇਹਦਾ ਨਹੀਂ ਕਰਦਾ ਅਸੀਂ ਨਹੀਂ। ਮਾਨ ਸਾਹਿਬ ਬਠਿੰਡਾ 'ਚ ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਜਾ ਰਹੇ ਹੈ, ਤੁਹਾਡੀ ਪਾਰਟੀ ਕੈਂਡੀਡੇਟ ਸਾਹਮਣੇ ਸਰ ਇਲੈਕਸ਼ਨ ਕਿਵੇਂ ਕਰਵਾ ਲਓਗੇ ਸਰ? ਇੱਕ ਪਾਸੇ ਤਾਂ 5 ਬੰਦੇ ਤੋਂ ਬਾਅਦ ਇਕੱਠੇ ਹੋਣ ਨਹੀਂ ਦਿੰਦੇ, ਤੇ ਤੁਸੀਂ ਬੂਥ ਕਿਵੇਂ ਲਾ ਲਓਗੇ ਫਿਰ ਇਲੈਕਸ਼ਨ ਕਿਵੇਂ ਕਰਾਉਂਗੇ? ਆਹੀ ਤਾਂ ਮੈਂ ਤੁਹਾਨੂੰ ਪੁੱਛਦਾ। ਨਹੀਂ ਕਦੋਂ ਕਿਵੇਂ ਕਰਾਉਣਗੇ? 11 ਅਕਤੂਬਰ ਨੂੰ। 11 ਅਕਤੂਬਰ ਕਿਹਾ ਨਾ, ਕਿਵੇਂ ਕਰਾਉਣਗੇ? ਇਹਦੇ ਬਾਰੇ ਤਾਂ ਤੁਸੀਂ ਕੀ ਸਟੈਂਡ ਲਓਗੇ? ਪਹਿਲਾਂ ਕਰੋਨਾ ਤੋਂ, ਜਾਂ ਤਾਂ ਕਰੋਨਾ ਤੋਂ ਤੁਸੀਂ, ਕਰੋਨਾ ਤਾਂ ਡੇ ਬਾਈ ਡੇ ਅਪ ਹੋ ਰਿਹਾ ਤੇ ਤੁਸੀਂ ਇਲੈਕਸ਼ਨਾਂ ਦੀਆਂ ਗੱਲਾਂ ਕਰ ਰਹੇ ਹੋ। ਅਕਾਲੀ ਦਲ ਨੂੰ ਤੁਸੀਂ ਐਜ ਦੇ ਰਹੇ ਹੋ
ਕਿ ਤੁਸੀਂ ਆ ਜਾਓ, ਚਲੋ ਜੇ ਮੈਂ ਨਹੀਂ ਆਉਂਗਾ ਹੁਣ ਤਾਂ ਤੁਸੀਂ ਆ ਜਾਓ। ਤੇ ਆਮ ਆਦਮੀ ਪਾਰਟੀ ਨੂੰ ਪਿਛਲੀ ਵਾਰ ਵਾਂਗੂ, ਸੋ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਵਿਰੋਧੀ ਪਾਰਟੀ ਹੈ, ਦੂਜੇ ਨੰਬਰ ਦੀ ਪਾਰਟੀ ਹੈ, ਪਰ ਅਸੀਂ ਕਿਸੇ ਇਲੈਕਸ਼ਨ ਤੋਂ ਭੱਜਦੇ ਨਹੀਂ ਹੈਗੇ। ਪਰ ਕਿਰਪਾ ਕਰਕੇ ਇਲੈਕਸ਼ਨ ਕਰਾਉਣ ਜੋਗਾ ਮਾਹੌਲ ਤਾਂ ਬਣਾਓ ਪਹਿਲਾਂ ਪੰਜਾਬ 'ਚ, ਜਿਵੇਂ ਦਿੱਲੀ 'ਚ ਕਰਤਾ। ਮੈਂ ਇੱਕ ਸਵਾਲ ਪੁੱਛਣਾ, ਪਲਾਜ਼ਮਾ ਦਾ ਆਇਆ ਸੀ ਪੰਜਾਬ 'ਚ, ਕਹਿੰਦੇ ਵੇਚਿਆ ਕਰਾਂਗੇ, ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਤਾਂ ਕਹਿੰਦੇ ਨਹੀਂ ਵੇਚਿਆ ਕਰਾਂਗੇ। ਮੇਰੇ ਇੱਕ ਦੋਸਤ ਦਾ ਡੈਡੀ ਪਟਿਆਲੇ ਆਇਆ, ਮਾਝੇ ਤੋਂ ਪਟਿਆਲੇ ਆਇਆ, ਪਲਾਜ਼ਮਾ ਚਾਹੀਦਾ ਸੀ ਕਿ ਪਟਿਆਲੇ ਬੈਂਕ ਬਣਾਈ ਸੀ ਪਹਿਲੀ, ਉਹ ਕਹਿੰਦੇ ਸਾਡੇ ਕੋਲ ਤਾਂ ਹੈ ਨਹੀਂ। ਅਸੀਂ ਕਹਿੰਦੇ ਹੁਣ ਕਿਵੇਂ ਕਰਾਂਗੇ, ਕਹਿੰਦੇ ਜੀ ਪਲਾਜ਼ਮਾ ਹੀ ਇੱਕੋ ਇੱਕ ਆਪਸ਼ਨ ਹੈ। ਇੱਕ ਪਲਾਜ਼ਮਾ ਨਹੀਂ ਮਿਲਿਆ ਤਾਂ ਉਹਦੀ ਡੈਥ ਹੋ ਗਈ। ਮੈਨੂੰ ਕੈਪਟਨ ਸਾਹਿਬ ਇਹ ਦੱਸ ਦੇਣ ਕਿ ਜਿਹੜਾ ਪਲਾਜ਼ਮਾ ਬੈਂਕ ਉਹਨਾਂ ਨੇ ਖੋਲ੍ਹੇ ਆ ਪਟਿਆਲਾ, ਲੁਧਿਆਣਾ ਤੇ ਫਰੀਦਕੋਟ, ਕਿੰਨਾ ਪਲਾਜ਼ਮਾ ਆ ਗਿਆ ਉਹਨਾਂ 'ਚ। ਅਰਵਿੰਦ ਕੇਜਰੀਵਾਲ ਜੀ ਨੇ ਦੇਤਾ 710 ਬੰਦੇ ਪਲਾਜ਼ਮਾ ਕਰਕੇ ਬਚ ਗਏ। ਉਹ ਮੈਨੂੰ ਦੱਸ ਦੇਣ ਪੰਜਾਬ ਸਰਕਾਰ ਕਿ ਉਹਨਾਂ ਦੇ ਪਲਾਜ਼ਮਾ, ਕਿਉਂਕਿ ਵਿਸ਼ਵਾਸ ਹੀ ਨਹੀਂ ਪੈਦਾ ਹੋ ਸਕਿਆ ਜੀ। ਜੇ ਤੁਸੀਂ ਠੀਕ ਹੋ ਗਏ ਸਰ ਤੇ ਤੁਸੀਂ ਆਪਣਾ ਪਲਾਜ਼ਮਾ ਦੇ ਦੋਗੇ ਗਵਰਨਮੈਂਟ ਨੂੰ, ਤੇ ਗਵਰਨਮੈਂਟ ਕਹੂਗੀ ਅਸੀਂ 20,000 ਦਾ ਵੇਚਾਂਗੇ, ਫਿਰ ਤੁਸੀਂ ਸਿੱਧਾ ਨਹੀਂ ਵੇਚ ਲਓਗੇ। ਫਿਰ ਤੁਹਾਨੂੰ ਕੀ ਹਰਜ ਹੈ ਫਿਰ ਸਿੱਧਾ ਵੇਚਣ 'ਚ? ਹੋ ਸਕਦਾ ਹੈ ਲੋਕ ਸਿੱਧਾ ਵੇਚਣ ਲੱਗ ਗਏ ਹੋਣ, ਪ੍ਰਾਈਵੇਟ ਹਸਪੀਟਲ ਪਲਾਜ਼ਮਾ ਦਾ ਪਤਾ ਨਹੀਂ ਕਿੰਨੇ ਪੈਸੇ ਲੈਣ ਲੱਗ ਗਏ ਹੋਣ। ਆਹ ਮੈਸੇਜ ਦਿੱਤਾ ਇਹਨਾਂ ਨੇ। ਸੋ ਕੋਈ ਫਾਰਮ ਹਾਊਸ ਤੇ ਬੈਠੇ ਨੇ ਸਰ, ਪਾਕਿਸਤਾਨ ਤੋਂ ਕੁਝ ਮਹਿਮਾਨ ਆਏ ਹੋਏ ਨੇ, ਉਹਨਾਂ ਦਾ ਵੀਜ਼ਾ ਐਕਸਟੈਂਡ ਹੋ ਜਾਂਦਾ ਹੈ, ਪਿਆਸੇ ਕਹੋਗੇ ਪਤਾ ਜ਼ਾਰਾ ਨਹੀਂ ਪਾਕਿਸਤਾਨੀ ਮਹਿਮਾਨਾਂ ਦੀ ਗੱਲ ਕਰੀਏ, ਪਰ ਆਪਣਾ ਵੀਜ਼ਾ ਕਿਵੇਂ ਮਿਲ ਜਾਂਦਾ ਹੈ 6 ਮਹੀਨੇ ਦਾ ਸਾਲ? ਕਿਹਨੂੰ ਜੀ? ਚਾਚੀ ਕੌਣ? ਦੇਖੋ ਤੁਸੀਂ, ਦੇਖੋ ਆਪਾਂ ਆਦਰੋ ਚਾਦਰੋ ਦੇ ਸ਼ਹਿਰ 'ਚ ਬੈਠੇ ਹਾਂ। ਚਾਚੀ ਰੁੱਸਾ, ਚਾਚੀ ਰੁੱਸਾ ਹੈ ਨਾ, ਕੱਲੀ ਰੁੱਸਾ ਨਹੀਂ, ਰਸ਼ੀਆ ਤੋਂ ਵੀ ਆਏ ਹੋਏ ਨੇ ਮਹਿਮਾਨ। ਤੁਹਾਨੂੰ ਆਉਣ ਵਾਲੇ ਦਿਨ ਦੱਸਾਂਗੇ। ਰਸ਼ੀਆ ਮਾਲਕਾਂ ਨਾਲ ਵੀ ਮਤਭੇਦ ਨੂੰ ਮਨਭੇਦ ਸ਼ੁਰੂ ਪੂਰੀ ਦੁਨੀਆ ਦੇ ਵਿੱਚ ਹੈ। ਉਹ ਕਿਸੇ ਖਿੱਤੇ 'ਚ ਜਾਂ ਕਿਸੇ ਖਾਸ ਜਾਤੀ ਧਰਮ ਸੋ ਕਰੋਨਾ ਮਹਾਮਾਰੀ ਸਾਰੀ ਦੁਨੀਆ 'ਚ ਹੈ। ਇੰਡੀਆ ਤੀਜੇ ਨੰਬਰ ਤੇ ਹੈ ਫਿਲਹਾਲ ਜੀ, ਪਰ ਜਿਹੜੇ ਹਿਸਾਬ ਨਾਲ ਵੱਧ ਰਿਹਾ ਤਾਂ ਆਪਾਂ ਇਹਦੇ ਵਿੱਚ ਕੋਈ ਦੂਜੇ ਨੰਬਰ ਤੇ ਜਾਂ ਪਹਿਲੇ ਨੰਬਰ ਤੇ ਆਉਣ ਨਾਲ ਕੋਈ ਆਪਣਾ ਕੋਈ ਮਾਣ ਵਧਣਾ ਨਹੀਂ। ਪਰ ਕਰੋਨਾ ਦੀ ਆੜ ਦੇ ਵਿੱਚ ਇੰਡੀਆ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਜੋ ਫੈਸਲੇ ਲੈ ਰਹੀ ਹੈ ਉਹ ਗਲਤ ਹੈ। ਕੀ ਲੋੜ ਪਈ ਸੀ ਕਿ ਮੋਦੀ ਸਾਹਿਬ ਨੂੰ ਖੇਤੀ ਦਾ ਆਰਡੀਨੈਂਸ ਲੈ ਕੇ ਆਉਣ ਦੀ? ਇੱਕ ਪਾਸੇ ਤਾਂ ਕਰੋਨਾ ਦੀ ਲੜਾਈ ਚੱਲ ਰਹੀ ਹੈ, ਖੇਤੀ ਦਾ ਆਰਡੀਨੈਂਸ ਆ ਗਿਆ, ਗਲਤ ਹੈ। ਖੇਤੀ ਨੂੰ ਪ੍ਰਾਈਵੇਟ ਕਰ ਦੋਗੇ ਤੁਸੀਂ, ਨੋਟੀਫਿਕੇਸ਼ਨ ਵੀ ਜਾਰੀ ਕਰਤੇ। ਆਲ ਪਾਰਟੀ ਮੀਟਿੰਗ ਦੇ ਵਿੱਚ ਅਸੀਂ ਵਿਰੋਧ ਵੀ ਕੀਤਾ, ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਮੁੱਖ ਮੰਤਰੀ ਸਾਹਿਬ ਨੂੰ ਇਹ ਕਿਹਾ ਵੀ ਕਿ ਤੁਸੀਂ ਸਪੈਸ਼ਲ ਸੈਸ਼ਨ ਬੁਲਾ ਕੇ ਇਹ ਪ੍ਰਸਤਾਵ ਨੂੰ ਰੱਦ ਕਰੋ। ਪਰ ਪੰਜਾਬ ਸਰਕਾਰ ਕਰੋਨਾ ਦੀ ਮਹਾਮਾਰੀ ਦੇ ਅੰਦਰ, ਤੁਸੀਂ ਬਠਿੰਡੇ ਦੇ ਪੱਤਰਕਾਰ ਹੋ, 10 ਸਾਲ ਤੁਸੀਂ ਮੁੱਖ ਮੰਤਰੀ ਤੇ ਜਿਨ੍ਹਾਂ ਦਾ ਮੇਰੇ ਨਾਲ ਵਾਹ ਪੈਂਦਾ ਰਹਿੰਦਾ ਅਕਸਰ ਪਾਰਲੀਮੈਂਟ 'ਚ, ਹਰਸਿਮਰਤ ਕੌਰ ਜੀ, ਉਹਨਾਂ ਨੂੰ ਕਵਰ ਕੀਤਾ। ਤੁਹਾਨੂੰ ਨਹੀਂ ਲੱਗਦਾ ਕਿ ਇਸ ਵਕਤ ਪੰਜਾਬ ਸਰਕਾਰ ਜਿਹੜੀ ਹੈ ਉਹ ਅਕਾਲੀ ਦਲ ਨੂੰ
ਮੁੱਖ ਵਿਰੋਧੀ ਧਿਰ ਦੇ ਤੌਰ ਤੇ ਪੇਸ਼ ਕਰ ਰਹੀ ਹੈ, ਉਹਨਾਂ ਨੂੰ ਅਲਾਓ ਸਾਰਾ ਕੁਝ ਕਿ ਤੁਸੀਂ ਜੋ ਮਰਜ਼ੀ ਕਰੋ ਜੀ, ਤੁਸੀਂ ਵਿਰੋਧ ਕਰੋ ਜੀ, ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ, ਜਿਹੜੀ ਕਿ ਮੁੱਖ ਵਿਰੋਧੀ ਧਿਰ ਹੈ, ਤਾਂ ਆ ਪਰਚੇ ਹੁੰਦੇ ਨੇ। 350 FIR ਪਈਆਂ। ਜੇ ਕਿਸਾਨ ਸੰਗਠਨ ਜਿਨ੍ਹਾਂ ਨੂੰ ਅਸੀਂ ਸਪੋਰਟ ਕਰਦੇ ਹਾਂ, ਜੇ ਉਹਨਾਂ ਨੂੰ ਵਿੱਚ ਲੈ ਲਈਏ 1000 ਤੋਂ ਉੱਪਰ ਬਣਦੇ। ਮਤਲਬ ਸਾਡੇ ਤੇ ਪਰਚੇ ਤੇ ਵਿਰੋਧੀਆਂ ਦੇ ਚਰਚੇ, ਇਹ ਨਹੀਂ ਚੱਲੂਗਾ ਜੀ। ਬੱਚੇ ਨੂੰ ਪਤਾ ਹੈ, ਰਲ ਕੇ ਲੜੇ ਸੀ 2017 ਚ। ਬੱਚੇ ਨੂੰ ਹੁਣ ਵੀ ਪਤਾ ਕਈ ਕਰਦੇ ਨੇ, ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹੂੰਗਾ, ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ। ਆਹ ਫਾਰਮੂਲਾ ਹੀ ਸਰਕਾਰ ਚਲਾਉਂਦਾ। ਲੋਕਾਂ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਹਾਂ ਤੁਹਾਡੇ ਜ਼ਰੀਏ। ਅਕਾਲੀ ਦਲ 1000 ਦਾ ਇਕੱਠ ਵੀ ਕਰ ਲੇ, 500 ਦਾ ਇਕੱਠ ਵੀ ਕਰ ਲੇ, ਅਕਾਲੀ ਦਲ ਨਾਲ ਕੋਈ ਪ੍ਰੋਬਲਮ। ਅਸੀਂ ਸਾਡੇ ਬਠਿੰਡਾ ਯੂਨਿਟ ਬੈਠਾ ਸਾਰਾ, ਅਸੀਂ ਲੰਬੀ ਦੇ ਵਿੱਚ ਵਿਰੋਧ ਕਰਨ ਜਾਈਏ ਜਾਂ ਕਿਸਾਨ ਸੰਗਠਨ ਵਿਰੋਧ ਕਰਨ ਜਾਣ ਤਾਂ ਪਰਚੇ। ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਲੋਕ ਹੁਣ ਜਾਗ ਪਏ। ਆਹ ਪਰਚੇ ਜਿਹੜੇ ਨੇ ਨਾ, ਇਹ ਇਹਨਾਂ ਦੇ ਜਿਵੇਂ ਉਹ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਇਹ ਆਖਰੀ ਪਿੰਨ ਸਾਬਤ ਹੋਣਗੇ। ਸੋ ਸਖਤ ਵਿਰੋਧ ਕਰਦੇ ਆ। ਇੱਕ ਪਾਸੇ ਕਹਿੰਦੇ 5 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਤੇ ਜੀ ਆਹ ਰੂਲ ਹੈ ਜੀ, ਆਹ ਕਰੋਨਾ ਦਾ ਰੂਲ ਹੈ, ਆਹ ਰੂਲ ਹੈ। ਦੂਜੇ ਪਾਸੇ ਕਹਿੰਦੇ ਨਾ ਵਿਰੋਧੀ ਪਾਰਟੀਆਂ ਨਹੀਂ ਕੁਝ ਕਰ ਸਕਦੀਆਂ। ਹਾਂ, ਅਕਾਲੀ ਦਲ ਕਰ ਸਕਦਾ। ਅਸੀਂ ਕੈਪਟਨ ਲੱਭੋ ਮੁਹਿੰਮ ਸ਼ੁਰੂ ਕੀਤੀ। ਤੁਸੀਂ ਦੱਸੋਗੇ? ਆਮ ਤੌਰ ਤੇ ਤੁਸੀਂ ਸਾਨੂੰ ਕੁਐਸਚਨ ਪੁੱਛਦੇ ਹੋ, ਮੈਂ ਤੁਹਾਨੂੰ ਪੁੱਛਣਾ, ਲੱਭ ਗਿਆ ਨਾ ਫਿਰ ਤੀਜੇ ਦਿਨ? ਹੈਲੀਕਾਪਟਰ ਨੂੰ ਪੁੱਛ ਲਓ ਨਾ ਜੀ ਤੁਸੀਂ, ਜਿਹੜਾ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਹੈਲੀਕਾਪਟਰ ਖਰੀਦਿਆ ਗਿਆ ਹੈ, ਜੇ ਉਹਨੂੰ ਪੁੱਛ ਲਓ ਨਾ, ਉਹ ਵੀ ਸੱਚ ਬੋਲੂਗਾ ਵੀ ਬੜੀ ਦੇਰ ਬਾਅਦ ਪੰਜਾਬ ਦੀ ਹਵਾ 'ਚ ਗਿਆ, ਨਹੀਂ ਤਾਂ ਹਿਮਾਚਲ ਦੀ ਹਵਾ 'ਚ ਤੇ। ਠੀਕ ਹੈ। ਸੋ ਕੈਪਟਨ ਸਾਹਿਬ ਲੱਭ ਗਏ, ਲੱਭੇ ਵੀ ਕਿਵੇਂ? ਗਏ ਤੇ ਆਏ, ਫਿਰ ਉਸੇ ਘਰ 'ਚ ਵੜ ਗਏ। ਗਵਾਂਢ ਹੈ ਇਹਨਾਂ ਦਾ, ਸਿਸਮਾਂ ਦੇ ਜਮਾਂ ਗਵਾਂਢ 'ਚ, ਸਾਰਾ ਗੜੀ ਦੇ ਜਮਾਂ ਗਵਾਂਢ ਦੇ ਵਿੱਚ ਸੁਖ ਵਿਲਾਸ ਹੈ। ਦੋਨੇ ਸੱਸੇ ਨਾਲ ਨੇ। ਜੇ ਕਿਸੇ ਪੰਡਤ ਤੋਂ ਪੜਾਉਣਾ ਹੋਵੇ ਨਾ, ਰਾਸ਼ੀ ਇੱਕੋ ਹੀ ਹੈ, ਸਿਸਮਾਂ, ਸਾਰਾ ਗੜੀ ਤੇ ਸੁਖ ਵਿਲਾਸ। ਇਕੱਠੇ ਹਿਸਾਬ ਕਿਤਾਬ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਦਾ ਸਿਸਮਾਂ ਦੇ ਵਿੱਚ ਇੱਕ ਪ੍ਰਾਈਵੇਟ ਆਪਦੇ ਫਾਰਮ ਹਾਊਸ 'ਚ ਰਹਿਣ ਦਾ ਕਾਰਨ ਕੀ ਹੈ? ਉਹ ਜਿਹੜਾ ਚੰਡੀਗੜ੍ਹ 'ਚ CM ਨੂੰ ਘਰ ਮਿਲਦਾ ਹੈ, ਉਹ 'ਚ ਕਿਉਂ ਨਹੀਂ ਰਹਿੰਦੇ? ਉਹ ਕਾਰਨ ਇਹ ਹੈ ਕਿਉਂਕਿ ਸਿਸਮਾ ਜਿਹੜਾ ਹੈ ਉਹ ਪੰਜਾਬ ਪੁਲਿਸ ਦੀ ਜੂਰੀਡਿਕਸ਼ਨ ਦੇ ਅੰਡਰ ਆਉਂਦਾ ਹੈ। ਉੱਥੇ ਜਿਹੜਾ ਵੀ ਆਊਗਾ, ਪੰਜਾਬ ਪੁਲਿਸ ਉਹਨੂੰ ਨੋਟ ਕਰੂਗੀ ਕੌਣ ਆਉਂਦਾ। ਤੇ ਇਹਦਾ ਚੰਡੀਗੜ੍ਹ ਆ ਘਰ, ਚੰਡੀਗੜ੍ਹ ਪ੍ਰਸ਼ਾਸਨ ਦੇ ਅੰਡਰ ਆਉਂਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਅਮਿਤ ਸ਼ਾਹ ਦੇ ਅੰਡਰ ਆਉਂਦਾ ਹੈ। ਫਿਰ ਕਹਾਂ ਫਿਰ ਜਿਹੜੇ ਹਿਸਾਬ ਕਿਤਾਬ ਹੋਣੇ ਹੁੰਦੇ ਹੈ ਉਹ ਨਹੀਂ ਹੋ ਸਕਦੇ ਸਰ। ਮੇਰਾ ਸਿੱਧਾ ਇਲਜ਼ਾਮ ਹੈ, ਰੇਤੇ ਦਾ ਪੈਸਾ, ਟਰਾਂਸਪੋਰਟ ਮਾਫੀ ਦਾ ਪੈਸਾ, ਸ਼ਰਾਬ ਮਾਫੀ ਦਾ ਪੈਸਾ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਜਾਂਦਾ ਹੈ, ਕਿਉਂਕਿ ਉਹ ਘਰ ਪ੍ਰਾਈਵੇਟ ਹੈ। Why he is not staying in his government house? ਦੋ ਸੈਕਟਰ ਦੇ ਵਿੱਚ ਜਿਹੜਾ CM ਦਾ ਘਰ ਹੈ, ਉਹ 'ਚ ਕਿਉਂ ਨਹੀਂ ਰਹਿ ਰਿਹਾ ਉਹ? He should stay there। ਐਡਰੈਸ ਉਹਦਾ, ਜੇ ਤੁਸੀਂ ਐਡਰੈਸ, ਮੈਨੂੰ ਚਿੱਠੀਆਂ ਆਉਂਦੀਆਂ ਨੇ ਮੁੱਖ ਮੰਤਰੀ ਦੀਆਂ, ਤਾਂ ਉਹਦੇ ਐਡਰੈਸ ਉਹ ਦਿੱਤਾ ਹੁੰਦਾ ਹੈ। ਤੁਸੀਂ ਐਂ ਕਰੋ, ਤੁਸੀਂ ਫੋਨ ਕਰਕੇ ਦੇਖੋ ਐਡਰੈਸ ਹੈਗਾ ਉੱਥੇ। ਮੈਂ ਤੁਹਾਨੂੰ ਮੁੱਖ ਮੰਤਰੀ ਦਾ ਫੋਨ ਦੇ ਦਿੰਦਾ ਹੁਣ ਕਿ ਜੀ ਫੋਨ ਕਰੋ। ਉਹ ਕਹਿਣਗੇ ਜੀ ਲੱਭਦੇ ਆ ਜੀ ਕਿਹੜੇ ਫਾਰਮ ਹਾਊਸ ਤੇ ਆ। ਹਾਊ ਡੇਅਰ ਹੀ ਇਜ਼, ਕਿਹੜੇ ਫਾਰਮ ਹਾਊਸ ਤੇ?
ਪੰਜਾਬ ਦਾ ਮੁੱਖ ਮੰਤਰੀ ਆ, ਬੜੇ ਵੱਡੇ ਮੈਂਡੇਟ ਨਾਲ ਬਣਾਇਆ ਸੀ, ਬਾਹਰ ਨਿਕਲ ਪਾਈ ਨਹੀਂ ਨਿਕਲਦਾ, ਨੋ ਪ੍ਰੋਬਲਮ। ਫਿਰ ਲੋਕ ਕਹਿਣਗੇ ਚੱਲ ਫਿਰ ਬੈਠਾ ਰਹਿਤੀ। 2022 ਜ਼ਿਆਦਾ ਦੂਰ ਨਹੀਂ ਹੈਗੀ। ਸੋ ਅਕਾਲੀ ਦਲ ਨੂੰ ਅਸਲ ਦੇ ਵਿੱਚ ਜੇ ਕੋਈ ਹੈਡਲਾਈਨ ਲਿਖਣੀ ਹੈ ਲਿਖ ਲਈ, ਕੈਪਟਨ ਅਮਰਿੰਦਰ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਉਹ ਬਣੇ ਨਹੀਂ, ਪਰ ਕਿਉਂਕਿ ਚਾਚਾ ਭਤੀਜਾ ਨੇ, ਤੇ ਪ੍ਰਤਾਪ ਬਾਜਵਾ ਕੀ ਰੋਂਦਾ ਤੇ ਸ਼ਮਸ਼ੇਰ ਸਿੰਘ ਦੂਲੋਂ ਕੀ ਰੋਂਦਾ, ਉਹ ਵੀ ਇਹੀ ਰੋਂਦੇ ਨੇ ਕਿ ਤੁਸੀਂ ਰਲੇ ਹੋਏ ਹੋ ਜੀ, ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ। ਉਹ ਕਹਿੰਦੇ ਨਾ 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 ਭਗਵੰਤ ਮਾਨ ਨਾ ਜੀ, ਮੇਰੇ ਨਾਂ ਤੇ ਤਾਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ। ਸੁਖਬੀਰ ਬੋਲੇ ਕੁਝ ਵੀ, ਕੈਪਟਨ ਸਾਹਿਬ ਜਵਾਬ ਦਿੰਦੇ ਆ। ਸੁਖਬੀਰ ਕੌਣ ਹੈ? ਕੋਈ ਸੁਖਬੀਰ ਬਾਦਲ MP ਹੈ ਜੀ, ਮੈਂ ਵੀ MP, ਉਹ ਫਿਰੋਜ਼ਪੁਰ ਤੋਂ, ਮੈਂ ਸੰਗਰੂਰ ਤੋਂ। ਹਰਸਿਮਰਤ ਕੌਣ ਹੈ? ਉਹ ਵੀ MP ਹੈ ਜੀ, ਬਠਿੰਡੇ ਤੋਂ, ਮੈਂ ਸੰਗਰੂਰ ਤੋਂ। ਉਹ ਦੋਨੇ ਬੋਲਣ ਦਾ ਜਵਾਬ ਦਿੰਦੇ ਆ, ਮੇਰੇ ਬੋਲਣ ਦਾ ਜਵਾਬ ਕਿਉਂ ਨਹੀਂ ਦਿੰਦੇ? ਮੈਂ ਸ਼ਰੇਆਮ ਕਹਿਣਾ ਵੀ 302 ਦਾ ਪਰਚਾ ਪਹਿਲਾਂ ਕੈਪਟਨ ਅਮਰਿੰਦਰ ਤੇ ਹੋਣਾ ਚਾਹੀਦਾ। ਜਿਹੜੀ ਜ਼ਹਿਰ ਵੰਡੀ ਆ ਮਾਝੇ 'ਚ, ਕੈਪਟਨ ਸਾਹਿਬ ਨੇ ਆਪ ਕਿਹਾ ਵੀ ਇਹ ਮੌਤਾਂ ਨੇ, ਇਹ ਪਲੈਨਡ ਮਰਡਰਸ ਨੇ। ਕਿਤੇ ਕਰਤਾ ਪਰਚਾ ਜਨਾਬ? ਸਿੱਕੀ ਤੇ ਕਰਤਾ ਪਰਚਾ। ਸਿੱਕੀ ਇਹਨਾਂ ਦਾ MLA ਖਡੂਰ ਸਾਹਿਬ, ਡੈਣੀ ਤੇ ਕਰਚਾ ਪਰ ਡੈਣੀ ਇਹਨਾਂ ਦਾ ਜੰਡਿਆਲਾ ਗੁਰੂ ਤੋਂ MP MLA। ਜਰਮਨ ਜੀਤ ਦਾ ਨਾਮ ਲੈਂਦੇ ਆ ਲੋਕ, ਉਹ ਸਿੱਕੀ ਦਾ PA ਕਰ ਲਿਆ ਬੱਚਾ ਨਾ। 3 ਕਰਿੰਦਿਆਂ ਤੇ 2 ਠੇਕੇਦਾਰਾਂ ਤੇ ਸਤਿ ਸ੍ਰੀ ਅਕਾਲ। ਸੋ ਆਹੀ ਗੱਲ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਰੋਈ ਜਾਂਦਾ। ਹੁਣ ਤੁਸੀਂ ਮੈਨੂੰ ਸਵਾਲ ਪੁੱਛੋ। ਜਿਹੜੀ ਚੀਜ਼ ਦੇ ਮੂਹਰੇ ਸਰਕਾਰੀ ਲੱਗ ਗਿਆ ਨਾ, ਉਹ ਖਤਮ। ਆ ਲਿਖ ਲਓ ਜੀ, ਲਿਖ ਰਹੇ ਹੋ? ਸਰਕਾਰੀ ਸਕੂਲ ਖਤਮ, ਪ੍ਰਾਈਵੇਟ ਸਕੂਲ ਖੁੱਲ ਗਏ। 4-4 ਮਹੀਨੇ ਹੋ ਗਏ ਲੋਕਡਾਊਨ ਨੂੰ। ਪ੍ਰਾਈਵੇਟ ਸਕੂਲਾਂ ਦੀ ਕਹਿੰਦੇ ਫੀਸ ਭਰੋ, ਸਰਕਾਰੀ ਸਕੂਲ ਖਤਮ। ਜੇ ਸਾਡੇ ਕੋਲੇ ਫੀਸ ਭਰਨੀ ਹੈ ਤਾਂ ਬੱਚਾ ਪੜ੍ਹਾ ਲਓ, ਨਹੀਂ ਅਨਪੜ੍ਹ ਰਹਿ ਲਓ। ਸਰਕਾਰੀ ਹਸਪਤਾਲ ਖਤਮ, ਪ੍ਰਾਈਵੇਟ ਸ਼ੀਸ਼ੇ ਵਾਲੇ ਬਹੁਤ ਮਹਿੰਗੇ ਵੱਡੇ 5 ਸਟਾਰ, ਜਿਹੜੇ ਕਹਿੰਦੇ ਆ ਜੋ ਤੁਸੀਂ ਆਪਣਾ ਮਰੀਜ਼ ਲੈ ਕੇ ਜਾਂਦੇ ਹੋ, ਕਹਿੰਦੇ ਵੀ ਬਹੁਤ ਟਾਈਮ ਤੇ ਲੈ ਆਏ, 5 ਲੱਖ ਰੁਪਏ ਜਮ੍ਹਾਂ ਕਰਾ ਦੋ, ਨਹੀਂ ਤਾਂ 2 ਘੰਟਾ ਲੇਟ ਹੋ ਜਾਂਦੇ, ਬੜੀ ਮੁਸ਼ਕਲ ਹੋ ਜਾਣੀ ਸੀ। ਉਹ ਸ਼ੁਰੂ ਹੋ ਗਈ। ਸਰਕਾਰੀ ਬੱਸਾਂ ਖਤਮ। ਸੜਕ ਤੇ ਤੁਹਾਨੂੰ ਕੀ ਦਿਖਦਾ? ਬਾਦਲਾਂ ਦੀਆਂ ਬੱਸਾਂ, ਉਹ ਵੱਡੇ ਸ਼ੀਸ਼ਿਆਂ ਵਾਲੀਆਂ। ਮੈਂ ਸਾਡੇ ਪਿੰਡ ਦੇ ਬੰਦੇ ਨੂੰ ਪੁੱਛਿਆ, ਮੈਂ ਕਿਹਾ ਵੀ ਸਰਕਾਰੀ ਬੱਸ ਤੇ ਪ੍ਰਾਈਵੇਟ ਬੱਸ 'ਚ ਕੀ ਫਰਕ ਹੈ? ਉਹ ਕਹਿੰਦੇ ਇੱਕੋ ਹੀ ਫਰਕ ਹੈ, ਜਿਹੜੀ ਬੱਸ ਦੇ ਸ਼ੀਸ਼ੇ ਆਏ ਹੋਣ ਉਹ ਸਰਕਾਰੀ ਹੁੰਦੀ ਹੈ, ਜਿਹਦੇ ਆਏ ਹੋਣ ਉਹ ਪ੍ਰਾਈਵੇਟ। ਸਰਕਾਰੀ ਸੜਕਾਂ ਖਤਮ ਜਨਾਬ। ਬਠਿੰਡੇ ਤੋਂ ਕਿੱਧਰ ਨੂੰ ਜਾਓਗੇ? ਬਠਿੰਡੇ ਤੋਂ ਜਾਣਾ ਤੁਸੀਂ ਕੋਟਕਪੂਰੇ ਨੂੰ, ਨਾਕਾ ਲੱਗਿਆ ਸਰ। ਬਠਿੰਡੇ ਤੋਂ ਜਾਣਾ ਤੁਸੀਂ ਰਾਮਪੁਰੇ ਫੂਲ ਨੂੰ, ਨਾਕਾ ਲੱਗਿਆ ਸਰ। ਪੁੱਛੋ ਕੋਲ ਕਿੱਧਰ ਨਹੀਂ ਜਾਓਗੇ? ਸਰਕਾਰੀ ਸੜਕਾਂ ਖਤਮ। ਫਿਰ ਸਾਤੋਂ ਰੋਡ ਟੈਕਸ ਕਾਹਦਾ ਲੈਂਦੇ ਆ ਇਹ? ਜਦੋਂ ਤੁਸੀਂ ਵੀ ਗੱਡੀਆਂ ਲੈਂਦੇ ਹੋ, ਆਪਾਂ ਤੋਂ ਗੱਡੀ ਦਾ 9% 8.5% ਜਾਂ ਗੱਡੀ ਦੀ ਕੀਮਤ ਮੁਤਾਬਕ ਉਹ ਰੋਡ ਟੈਕਸ ਲੈਂਦੇ ਆ। ਤੇ ਫਿਰ ਉਹ ਕਿਹੜੀਆਂ ਸੜਕਾਂ ਦਾ? ਜਦੋਂ ਅਸੀਂ ਸੜਕਾਂ ਹੀ 24 ਘੰਟਿਆਂ ਵਾਸਤੇ ਕਿਰਾਏ ਤੇ ਲੈਣੀਆਂ ਨੇ। ਸਰਕਾਰੀ ਸੜਕਾਂ ਖਤਮ ਜਨਾਬ। ਕੱਲਾ ਸਰਕਾਰੀ ਮੁੱਖ ਮੰਤਰੀ ਰਹਿ ਗਿਆ, ਇਹ ਵੀ ਨਾ ਕਿਤੇ ਪ੍ਰਾਈਵੇਟ ਕਰ ਦਿਓ ਵੀ ਇਹ ਵੀ ਅੰਬਾਨੀਆਂ ਦਾ ਹੋਊ, ਕੋਈ ਅੰਡਾਨੀਆਂ ਦਾ ਹੋਊ ਕੋਈ। ਸੋ ਖਤਮ। ਤੁਸੀਂ ਕਿਹੜੀ ਚੀਜ਼ ਦੀ ਗੱਲ ਕਰਦੇ ਹੋ? ਸਰਕਾਰੀ ਕੋਈ